Hello everyone. I am Sukhbir from Government Senior Secondary School Satiala Boys. ਹਾਂਜੀ ਸਟੂਡੈਂਟਸ, ਜਿਵੇਂ ਅਸੀਂ ਆਪਣਾ ਚੈਪਟਰ ਮਨੁੱਖੀ ਸੰਸਾਧਨ ਪੜ੍ਹ ਰਹੇ ਸੀ ਔਰ ਅਸੀਂ ਜਿਹੜੇ ਉਸ ਦੇ 2-3 ਟੌਪਿਕਸ ਜਿਹੜੇ ਕਵਰ ਕਰ ਲਏ ਆ। ਅੱਜ ਅਸੀਂ ਇਸ ਦਾ ਅਗਲਾ ਟੌਪਿਕ ਜਨਸੰਖਿਆ ਦੀ ਗੁਣਵੱਤਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਜਿਵੇਂ ਕਿ ਬੇਟੇ ਸਾਨੂੰ ਪਤਾ ਹੀ ਆ ਕਿ ਮਨੁੱਖੀ ਸਾਧਨ ਦੇਸ਼ ਦੀ ਪਰਿਸੰਪਤੀ ਹੁੰਦਾ ਹੈ ਔਰ ਦੇਸ਼ ਦੇ ਜਿਹੜੇ ਆ ਵਿਕਾਸ ਵਾਸਤੇ ਜ਼ਿੰਮੇਵਾਰ ਹੁੰਦਾ ਹੈ। ਪਰ ਮਨੁੱਖੀ ਸਾਧਨ ਨੂੰ ਹੋਰ ਜਿਹੜਾ ਨਿਖਾਰਨਾ ਜਾਂ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਜਿਹੜਾ ਵਾ ਵਿਕਾਸ ਵਿੱਚ ਹਿੱਸਾ ਪਾਉਣ ਦੇ ਲਾਇਕ ਬਣਾਉਣਾ, ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੁੰਦਾ ਆ। ਠੀਕ ਹੈ, ਯਾਨੀ ਜਨਸੰਖਿਆ ਦੀ ਗੁਣਵੱਤਾ ਦੇਸ਼ ਦੇ ਲੋਕਾਂ ਵੱਲੋਂ ਪ੍ਰਾਪਤ ਕੀਤੀ ਚੰਗੀ ਸਿੱਖਿਆ, ਲੋਕਾਂ ਦੀ ਚੰਗੀ ਸਿਹਤ ਅਤੇ ਨਿਪੁੰਨਤਾ ਦੇ ਨਿਰਮਾਣ 'ਤੇ ਨਿਰਭਰ ਕਰਦੀ ਹੈ। ਇਸੇ ਕਾਰਨ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੇਸ਼ ਦੇ ਜਿੰਨੇ ਵੀ ਲੋਕ ਨੇ ਉਹ ਸਿੱਖਿਅਤ ਹੋਣ ਔਰ ਉਹਨਾਂ ਦੇ ਚੰਗੀ ਸਿਹਤ ਹੋਵੇ। ਠੀਕ ਹੈ, ਸਭ ਤੋਂ ਪਹਿਲਾਂ ਜਿਹੜੇ ਸਰਕਾਰ ਆ ਅਲੱਗ-ਅਲੱਗ ਯੋਜਨਾਵਾਂ ਰਾਹੀਂ ਆਪਣੇ ਦੇਸ਼ ਦੇ ਨਾਗਰਿਕਾਂ ਜਾਂ ਆਪਣੇ ਦੇਸ਼ ਦੇ ਮਨੁੱਖੀ ਸੰਸਾਧਨ ਦੀ ਜਿਹੜੀ ਗੁਣਵੱਤਾ ਨੂੰ ਸੁਧਾਰਦੀ ਰਹਿੰਦੀ ਹੈ। ਭਾਰਤ ਵਿੱਚ ਵੀ 5 ਸਾਲਾਂ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਜਿਸ ਦਾ ਉਦੇਸ਼ ਇਹੀ ਹੁੰਦਾ ਹੈ ਕਿ ਸਿੱਖਿਆ ਅਤੇ ਸਿਹਤ ਨੂੰ ਜਿਹੜਾ ਆ ਹੋਰ ਵਧੀਆ ਤਰੀਕੇ ਨਾਲ ਜਿਹੜਾ ਆ ਲਾਗੂ ਕੀਤਾ ਜਾਵੇ। ਸਭ ਤੋਂ ਪਹਿਲਾਂ ਸਿੱਖਿਆ ਦੀ ਗੱਲ ਕਰੀਏ ਤਾਂ ਸਾਨੂੰ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖਿਆ ਮਨੁੱਖ ਦੇ ਵਿਕਾਸ ਵਾਸਤੇ ਜ਼ਰੂਰੀ ਸਾਧਨ ਹੈ ਔਰ ਸਿੱਖਿਆ ਤੋਂ ਬਿਨਾਂ ਜਿਹੜਾ ਵਿਅਕਤੀ ਆ ਉਹ ਜਾਨਵਰ ਦੇ ਬਰਾਬਰ ਹੀ ਮੰਨਿਆ ਜਾ ਸਕਦਾ ਹੈ। ਠੀਕ ਹੈ, ਸਿੱਖਿਆ ਜਿਹੜੀ ਆ ਉਹ ਜ਼ਿੰਦਗੀ ਦੇ ਮੁੱਲਾਂ ਨੂੰ ਵਿਕਸਿਤ ਕਰਦੀ ਆ ਔਰ ਇਹ ਇਕੱਲੇ ਇੱਕ ਮਨੁੱਖ ਦਾ ਵਿਕਾਸ ਨਹੀਂ ਕਰਦੀ, ਸਗੋਂ ਪੂਰੇ ਸਮਾਜ ਦਾ ਵਿਕਾਸ ਹੁੰਦਾ ਹੈ। ਅਗਰ ਕੋਈ ਨਾਗਰਿਕ ਸਿੱਖਿਅਤ ਹੋਏਗਾ ਤਾਂ ਉਹ ਆਪਣਾ ਆਪ ਵੀ ਸੰਵਾਰੇਗਾ, ਆਪਣਾ ਵਿਕਾਸ ਕਰੇਗਾ, ਨਾਲ ਹੀ ਆਪਣੇ ਸਮਾਜ ਦਾ ਵਿਕਾਸ ਵੀ ਕਰੇਗਾ। ਠੀਕ ਹੈ, ਇਸੇ ਲਈ ਚੰਗੇ ਨਾਗਰਿਕ ਬਣਨ ਵਾਸਤੇ ਸਿੱਖਿਆ ਜਿਹੜੀ ਆ ਬਹੁਤ ਜ਼ਰੂਰੀ ਆ। ਭਾਰਤ ਦੀ ਜੇ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਸਾਖਰਤਾ ਦਰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹੈਗੀ ਹੈ। ਹਰ ਇੱਕ ਰਾਜ ਦੀ ਵੱਖਰੀ ਸਾਖਰਤਾ ਦਰ ਹੈ। ਇਸ ਤੋਂ ਇਲਾਵਾ ਭਾਰਤ ਦੀ ਕੁੱਲ ਸਾਖਰਤਾ ਦਰ 74% ਹੈ, ਜਿਹਦੇ ਵਿੱਚ ਪੁਰਸ਼ਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ 82.14% ਸਾਖਰਤਾ ਦਰ ਹੈ ਔਰ ਮਹਿਲਾਵਾਂ ਦੀ 65.46%, ਜਿਹੜੀ ਕਿ 2011 ਦੀ ਸੈਂਸਸ ਰਿਪੋਰਟ ਦੇ ਮੁਤਾਬਿਕ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀ ਜਿਹੜੀ ਜਨਸੰਖਿਆ ਦੀ ਸਾਖਰਤਾ ਦਰ ਅਲੱਗ-ਅਲੱਗ ਹੈ। ਸਭ ਤੋਂ ਜ਼ਿਆਦਾ ਸਾਖਰਤਾ ਦਰ 93.9% ਕੇਰਲਾ ਵਿੱਚ ਹੈ, ਜਦਕਿ ਬਿਹਾਰ ਵਿੱਚ 63.8 ਘੱਟ ਹੈ। ਪੰਜਾਬ ਦੀ ਸਾਖਰਤਾ ਦਰ 75.84% ਹੈ। ਹੁਣ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਭਾਰਤ ਵਿੱਚ ਜਨਸੰਖਿਆ ਦੀ ਜਿਹੜੀ ਸਿੱਖਿਆ ਨੂੰ ਸੁਧਾਰਨ ਵਾਸਤੇ ਕਿੰਨੇ ਕੰਮ ਕੀਤੇ ਜਾ ਚੁੱਕੇ ਆ। ਠੀਕ ਹੈ, ਵੱਖ-ਵੱਖ ਯੋਜਨਾਵਾਂ ਰਾਹੀਂ ਬਹੁਤ ਸਾਰੇ ਜਿਹੜੇ ਪੈਸੇ ਆ ਜਾਂ ਪੂੰਜੀ ਹੈ ਉਹ ਇਸ ਸਿੱਖਿਆ ਦੇ ਵਿਕਾਸ 'ਤੇ ਲਾਈ ਜਾਂਦੀ ਹੈ। ਜਿਵੇਂ ਪਹਿਲੀ 5 ਸਾਲਾ ਯੋਜਨਾ ਦੇ ਸਮੇਂ 151 ਕਰੋੜ ਰੁਪਏ ਖਰਚੇ ਗਏ ਸਨ ਅਤੇ 11ਵੀਂ 5 ਸਾਲਾ ਯੋਜਨਾ ਵਿੱਚ 3766.90 ਕਰੋੜ ਜਿਹੜੇ ਆ ਉਹ ਸਿੱਖਿਆ ਸੇਵਾਵਾਂ 'ਤੇ ਖਰਚ ਕੀਤੇ ਗਏ ਨੇ। ਇਸ ਤੋਂ ਇਲਾਵਾ ਬੱਚਿਓ, ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਪ੍ਰਾਇਮਰੀ ਸਕੂਲ ਜਿਹੜੇ ਖੋਲ੍ਹੇ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਨ ਲਈ ਸਰਵ ਸਿੱਖਿਆ ਅਭਿਆਨ ਜਿਹੜਾ ਆ ਉਹ ਕੰਮ ਕਰ ਰਿਹਾ ਹੈ। ਬੱਚਿਆਂ ਨੂੰ ਮੁਫਤ ਜਿਹੜਾ ਹੈ ਦੁਪਹਿਰ ਦਾ ਭੋਜਨ, ਮਿਡ ਡੇ ਮੀਲਸ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਂਦਾ ਆ ਸਾਰੇ ਸਕੂਲਾਂ ਦੇ ਵਿੱਚ। ਤੁਸੀਂ ਵੀ ਇਸ ਦਾ ਹਿੱਸਾ ਬਣਦੇ ਹੋ। ਉਸ ਤੋਂ ਬਾਅਦ ਤਕਨੀਕੀ ਕੋਰਸਾਂ ਜਿਹੜੇ ਹੈਗੇ ਆ ਉਹਨਾਂ ਵਿੱਚ ਵਾਧਾ ਕੀਤਾ ਗਿਆ ਤਾਂ ਕਿ ਨਵੀਂ ਤਕਨੀਕ ਨਾਲ ਜਿਹੜੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਸਕਣ। ਹੁਣ ਇਸੇ ਤਰ੍ਹਾਂ ਸਿਹਤ ਦੀ ਅਗਰ ਗੱਲ ਕਰੀਏ ਤਾਂ ਜਿੰਨਾ ਚਿਰ ਤੱਕ ਕਿਸੇ ਵਿਅਕਤੀ ਦੀ ਸਿਹਤ ਸਹੀ ਨਹੀਂ ਆ ਉਹ ਕੰਮ ਦੇ ਵਿੱਚ ਹਿੱਸਾ ਨਹੀਂ ਪਾ ਸਕਦਾ, ਉਸ ਆਪਣੇ ਜਾਂ ਆਪਣੇ ਰਾਜ ਦੇ ਵਿਕਾਸ ਵਿੱਚ ਕੋਈ ਹਿੱਸਾ ਨਹੀਂ ਪਾ ਸਕਦਾ। ਭਾਰਤ ਵਿੱਚ ਜਿਹੜੀ ਆ ਸਿਹਤ ਨੂੰ ਸੁਧਾਰਨ ਵਾਸਤੇ ਵੀ ਬਹੁਤ ਸਾਰੇ ਯੋਜਨਾਵਾਂ ਜਿਹੜੀਆਂ ਲਾਗੂ ਕੀਤੀਆਂ ਗਈਆਂ ਨੇ। 1951 ਵਿੱਚ ਇੱਥੇ ਸ਼ਿਸ਼ੂ ਮੌਤ ਦਰ ਜਿਹੜੀ 147 ਪ੍ਰਤੀ ਹਜ਼ਾਰ ਤੋਂ ਘੱਟ ਕੇ 2015 ਵਿੱਚ ਇਹ 37 ਪ੍ਰਤੀ ਹਜ਼ਾਰ ਜਿਹੜੀ ਰਹਿ ਗਈ ਹੈ, ਜਿਹੜੀ ਕਿ ਇੱਕ ਚੰਗੀ ਗੱਲ ਹੈ। ਸ਼ਿਸ਼ੂ ਮੌਤ ਦਰ ਵਿੱਚ ਕਮੀ ਲਿਆਉਣ ਵਾਸਤੇ ਔਰ ਛੋਟੇ ਬੱਚਿਆਂ ਵਿੱਚ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ, ਮਾਵਾਂ ਦੀ ਦੇਖਭਾਲ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਜਿਹੜੀਆਂ ਭਾਰਤ ਵਿੱਚ ਉਲੀਕੀਆਂ ਗਈਆਂ ਨੇ। ਇਸ ਤੋਂ ਇਲਾਵਾ ਕਿਤਾਬ ਦੇ ਵਿੱਚ ਬੇਟੇ ਤੁਸੀਂ ਲੈਸਨ ਦੇ ਅਗਰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵੱਖ-ਵੱਖ ਸਾਲਾਂ ਦੇ ਵਿੱਚ ਸਾਡੇ ਦੇਸ਼ ਵਿੱਚ ਕਿਸ ਤਰੀਕੇ ਨਾਲ ਸਬ ਕੇਂਦਰ, ਸਿਹਤ ਕੇਂਦਰ, ਡਿਸਪੈਂਸਰੀਆਂ
ਔਰ ਡਾਕਟਰਸ ਦੀ ਜਿਹੜੀ ਆ ਗਿਣਤੀ ਵਿੱਚ ਵਾਧਾ ਕੀਤਾ ਗਿਆ ਲਗਾਤਾਰ। ਬੇਟੇ ਉਸ ਤੋਂ ਬਾਅਦ ਅਗਰ ਜੇ ਗੱਲ ਕਰੀਏ ਸਭ ਤੋਂ ਵੱਡੀ ਮੁਸ਼ਕਿਲ ਜਿਹੜੀ ਮਨੁੱਖੀ ਸੰਸਾਧਨ ਦੇ ਸਾਹਮਣੇ ਆਉਂਦੀ ਹੈ ਜਾਂ ਸਾਡੇ ਦੇਸ਼ ਦੇ ਸਾਹਮਣੇ ਆਉਂਦੀ ਆ, ਉਹ ਬੇਰੁਜ਼ਗਾਰੀ ਆ। ਹੁਣ ਆਪਾਂ ਬੇਰੁਜ਼ਗਾਰੀ ਬਾਰੇ ਥੋੜ੍ਹੀ ਜਿਹੀ ਚਰਚਾ ਕਰਾਂਗੇ। ਬੇਰੁਜ਼ਗਾਰੀ ਕੀ ਹੈ? ਬੇਰੁਜ਼ਗਾਰੀ ਬੇਟੇ ਅਗਰ ਧਿਆਨ ਨਾਲ ਤੁਸੀਂ ਦੇਖੋ ਤਾਂ ਬੇਰੁਜ਼ਗਾਰੀ ਉਹ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦਰ ਦੇ ਉੱਪਰ ਇੱਛੁਕ ਲੋਕਾਂ ਨੂੰ ਕੰਮ ਨਾ ਮਿਲੇ। ਠੀਕ ਹੈ, ਉਹ ਸਥਿਤੀ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਜਿਹੜੇ ਇੱਛੁਕ ਲੋਕ ਨੇ ਕੰਮ ਕਰਨ ਦੇ, ਉਹਨਾਂ ਨੂੰ ਕੰਮ ਨਾ ਮਿਲੇ ਤਾਂ ਉਸਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ਹੁਣ ਬੇਰੁਜ਼ਗਾਰਾਂ ਵਿੱਚ ਅਸੀਂ 15 ਸਾਲ ਤੋਂ 59 ਸਾਲ ਦੀ ਉਮਰ ਤੱਕ ਵਰਗ ਦੇ ਲੋਕਾਂ ਨੂੰ ਸ਼ਾਮਿਲ ਕਰਦੇ ਹਾਂ। ਠੀਕ ਹੈ, 15 ਸਾਲ ਤੋਂ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬੇਰੁਜ਼ਗਾਰਾਂ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਨਿਰਭਰ ਹੁੰਦੇ ਨੇ ਆਪਣੇ ਮਾਂ-ਬਾਪ 'ਤੇ, ਔਰ 59 ਸਾਲ ਤੋਂ ਉੱਪਰ ਦੇ ਜਿਹੜੇ ਵਿਅਕਤੀ ਨੇ ਉਹ ਵੀ ਆਪਣੇ ਬੱਚਿਆਂ ਦੇ ਉੱਪਰ ਨਿਰਭਰ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਇਸ ਕਰਕੇ ਉਹਨਾਂ ਨੂੰ ਅਸੀਂ ਬੇਰੁਜ਼ਗਾਰੀ ਵਿੱਚ ਸ਼ਾਮਿਲ ਨਹੀਂ ਕਰਦੇ। ਇਹ ਤੋਂ ਇਲਾਵਾ ਰੋਗੀ, ਅਸਮਰਥ ਅਤੇ ਵਿਦਿਆਰਥੀ ਬੇਰੁਜ਼ਗਾਰਾਂ ਵਿੱਚ ਸ਼ਾਮਿਲ ਨਹੀਂ ਕੀਤੇ ਜਾਂਦੇ। ਹੁਣ ਬੇਰੁਜ਼ਗਾਰੀ ਦੇ ਕਾਰਨ ਕੀ ਨੇ? ਅਗਰ ਧਿਆਨ ਨਾਲ ਮੋਟੇ ਕਾਰਨਾਂ ਵੱਲ ਵੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਤੇਜ਼ੀ ਨਾਲ ਵੱਧਦੀ ਹੋਈ ਜਨਸੰਖਿਆ। ਜਦੋਂ ਸਾਡੀ ਜਨਸੰਖਿਆ ਜ਼ਿਆਦਾ ਹੋਏਗੀ ਅਤੇ ਅਸੀਂ ਇੰਨੇ ਲੋਕਾਂ ਨੂੰ, ਸਾਡੇ ਉਦਯੋਗ ਇੰਨੇ ਜ਼ਿਆਦਾ ਨਹੀਂ ਹੋਣਗੇ, ਅਸੀਂ ਲੋਕਾਂ ਨੂੰ ਕੰਮ 'ਤੇ ਨਹੀਂ ਲਗਾ ਸਕਾਂਗੇ ਜ਼ਿਆਦਾ, ਅਤੇ ਇਸ ਤਰ੍ਹਾਂ ਵੀ ਬੇਰੁਜ਼ਗਾਰੀ ਵੱਧਦੀ ਹੈ। ਯਾਨੀ ਤੇਜ਼ੀ ਨਾਲ ਵੱਧਦੀ ਹੋਈ ਜਨਸੰਖਿਆ ਇੱਕ ਇਸ ਦਾ ਕਾਰਨ ਆ। ਦੂਸਰਾ, ਛੋਟੇ ਘਰੇਲੂ ਉਦਯੋਗਾਂ ਵਿੱਚ ਗਿਰਾਵਟ। ਜਦੋਂ ਪਹਿਲ ਕੀ ਸੀ ਕਿ ਛੋਟੇ ਛੋਟੇ ਘਰੇਲੂ ਉਦਯੋਗ ਹੁੰਦੇ ਸਨ ਜਿਹਦੇ ਵਿੱਚ ਹਰ ਘਰ ਦੇ ਵਿਅਕਤੀ ਨੂੰ ਕੋਈ ਨਾ ਕੋਈ ਛੋਟਾ ਮੋਟਾ ਕੰਮ ਮਿਲ ਜਾਂਦਾ ਸੀ ਔਰ ਆਪਣਾ ਰੁਜ਼ਗਾਰ ਕਰ ਲੈਂਦਾ ਸੀ। ਹੁਣ ਵੱਡੇ ਉਦਯੋਗਾਂ ਦੇ ਆਉਣ ਕਰਕੇ ਛੋਟੇ ਘਰੇਲੂ ਉਦਯੋਗਾਂ ਵਿੱਚ ਗਿਰਾਵਟ ਆਈ ਹੈ, ਜਿਹਦੇ ਨਾਲ ਵੀ ਜਿਹੜੇ ਸਾਡੀ ਆ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਖੇਤੀਬਾੜੀ ਜਿਹੜਾ ਆ, ਇਹ ਕਿੱਤਾ ਆ ਬਹੁਤ ਵਧੀਆ ਲਾਹੇਵੰਦ ਕਿੱਤਾ ਆ, ਪਰ ਇੱਕ ਮੌਸਮੀ ਕਿੱਤਾ ਬਣ ਗਿਆ। ਠੀਕ ਹੈ, ਯਾਨੀ ਮੌਸਮੀ ਕਿੱਤਾ ਕਿਸ ਤਰ੍ਹਾਂ ਕਿ ਖੇਤੀਬਾੜੀ ਦੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਬਿਜਾਈ ਜਾਂ ਕਟਾਈ ਦੇ ਸਮੇਂ ਹੀ ਕੰਮ ਉਪਲਬਧ ਹੁੰਦਾ ਆ, ਬਾਕੀ ਜਿਹੜੇ 5-6 ਮਹੀਨੇ ਆ ਉਹਨਾਂ ਨੂੰ ਫ੍ਰੀ ਘਰੇ ਬੈਠਣਾ ਪੈਂਦਾ ਆ, ਉਦੋਂ ਉਹਨਾਂ ਨੂੰ ਕੋਈ ਵੀ ਕੰਮ ਨਹੀਂ ਮਿਲਦਾ ਔਰ ਉਸ ਸਮੇਂ ਉਹਨਾਂ ਨੂੰ ਕੋਈ ਵੀ ਹੋਰ ਆਮਦਨ ਨਹੀਂ ਹੁੰਦੀ। ਤਾਂ ਇਸ ਕਰਕੇ ਖੇਤੀਬਾੜੀ ਵੀ ਇੱਕ ਮੌਸਮੀ ਜਿਹੜਾ ਕਿੱਤਾ ਕਹਿ ਸਕਦੇ ਆ ਤੁਸੀਂ। ਉਸ ਤੋਂ ਬਾਅਦ ਮਸ਼ੀਨੀ ਯੁੱਗ। ਪਹਿਲੇ ਵਿਅਕਤੀ ਹੱਥ ਨਾਲ ਕੰਮ ਕਰਦੇ ਸਨ ਅਤੇ ਇੱਕ ਕੰਮ ਨੂੰ ਕਰਨ ਵਾਸਤੇ ਕਾਫੀ ਵਿਅਕਤੀ ਚਾਹੀਦੇ ਹੁੰਦੇ ਸਨ। ਹੁਣ ਕੀ ਆ, ਮਸ਼ੀਨੀ ਯੁੱਗ ਹੋਣ ਕਰਕੇ ਬਹੁਤ ਸਾਰੇ ਵਿਅਕਤੀਆਂ ਦਾ ਕੰਮ ਇੱਕ ਮਸ਼ੀਨ ਕਰ ਦਿੰਦੀ ਹੈ, ਇਸ ਕਰਕੇ ਵੀ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਔਰ ਇਸ ਤੋਂ ਇਲਾਵਾ ਕਈ ਵਾਰ ਸਰਕਾਰ ਰੁਜ਼ਗਾਰ ਸੰਬੰਧੀ ਯੋਜਨਾਵਾਂ ਜਿਹੜੀਆਂ ਵਾ ਉਹ ਬਹੁਤੀਆਂ ਨਹੀਂ ਬਣਾ ਪਾਉਂਦੀ ਅਤੇ ਇਹ ਵੀ ਕਾਰਨ ਹੈ ਕਿ ਬੇਰੁਜ਼ਗਾਰੀ ਜ਼ਿਆਦਾ ਵੱਧ ਜਾਂਦੀ ਹੈ। ਹੁਣ ਅੱਗੇ ਆਪਾਂ ਗੱਲ ਕਰਾਂਗੇ ਬੇਰੁਜ਼ਗਾਰੀ ਦੀਆਂ ਕਿਸਮਾਂ ਦੀ। ਠੀਕ ਹੈ, ਬੇਰੁਜ਼ਗਾਰੀ ਬੇਟੇ 2 ਤਰ੍ਹਾਂ ਦੀ ਹੈ। ਸਭ ਤੋਂ ਪਹਿਲੇ ਮੌਸਮੀ ਬੇਰੁਜ਼ਗਾਰੀ, ਜਿਹਦੀ ਆਪਾਂ ਗੱਲ ਖੇਤੀਬਾੜੀ ਦੇ ਵਿੱਚ ਕਰ ਹੀ ਲਈਏ, ਜਿਵੇਂ ਕਿ ਜਦੋਂ ਸਾਲ ਦੇ ਕੁਝ ਮਹੀਨੇ ਕੰਮ ਮਿਲੇ ਅਤੇ ਬਾਕੀ ਸਮਾਂ ਬੇਕਾਰ ਬੈਠਣਾ ਪਵੇ, ਉਸ ਨੂੰ ਮੌਸਮੀ ਬੇਰੁਜ਼ਗਾਰੀ ਕਹਿੰਦੇ ਆ। ਜਿਵੇਂ ਖੇਤੀਬਾੜੀ ਲਾ ਲਓ, ਤੁਸੀਂ ਸਾਲ ਵਿੱਚ 2-4 ਮਹੀਨੇ ਤੁਹਾਨੂੰ ਕੰਮ ਮਿਲਦਾ ਹੈ ਔਰ ਬਾਕੀ ਮਹੀਨੇ ਮਜ਼ਦੂਰਾਂ ਨੂੰ ਵੀ ਔਰ ਕਿਸਾਨਾਂ ਨੂੰ ਵੀ ਵਿਹਲੇ ਬੈਠਣਾ ਪੈਂਦਾ ਹੈ। ਠੀਕ ਹੈ, ਇਸ ਤਰ੍ਹਾਂ ਦੀ ਜਿਹੜੀ ਆ ਬੇਰੁਜ਼ਗਾਰੀ ਉਹ ਮੌਸਮੀ ਬੇਰੁਜ਼ਗਾਰੀ ਹੈ। ਦੂਸਰੀ ਹੈ ਛਿਪੀ ਹੋਈ ਬੇਰੁਜ਼ਗਾਰੀ। ਛਿਪੀ ਹੋਈ ਬੇਰੁਜ਼ਗਾਰੀ ਤੋਂ ਭਾਵ ਹੈ ਜਦੋਂ ਕਿਸੇ ਇੱਕ ਕੰਮ ਨੂੰ ਲੋੜ ਤੋਂ ਵੱਧ ਵਿਅਕਤੀ ਲੱਗੇ ਹੋਣ, ਜੇਕਰ ਉਹਨਾਂ 'ਚੋਂ ਕੁਝ ਨੂੰ ਹਟਾ ਵੀ ਦਿੱਤਾ ਜਾਵੇ ਤਾਂ ਉਤਪਾਦਨ ਵਿੱਚ ਕੋਈ ਕਮੀ ਨਾ ਆਵੇ, ਉਸ ਨੂੰ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੀ ਹੈ। ਜਿਵੇਂ ਖੇਤੀਬਾੜੀ ਦੇ ਵਿੱਚ, ਜਿਵੇਂ ਇੱਕ ਖੇਤ ਵਿੱਚ 8 ਵਿਅਕਤੀ ਕੰਮ ਕਰਦੇ ਪਏ ਨੇ, ਮੰਨ ਲਓ ਇੱਕ ਪਰਿਵਾਰ ਦੇ ਜੀਅ ਨੇ। ਠੀਕ ਹੈ, ਆਮਦਨ ਤਾਂ ਉਹਨਾਂ ਨੂੰ ਇੱਕ ਖੇਤ 'ਚੋਂ ਉਨੀ ਹੋਣੀ ਹੈ ਪੂਰੇ ਸਾਲ ਵਿੱਚ ਜਿੰਨੀ 5 ਜੀਆਂ ਦੇ ਕਰਨ ਨਾਲ ਵੀ ਉਨੀ ਹੋਏਗੀ ਅਤੇ 8 ਦੇ ਨਾਲ ਵੀ ਉਨੀ ਹੋਏਗੀ। ਮਤਲਬ ਜਿਹੜੇ 3 ਜਾਣੇ ਵਿੱਚ ਨੇ ਉਹ ਵਾਧੂ ਵਿੱਚ ਲੱਗੇ ਹੋਏ ਨੇ ਉਸ ਕੰਮ ਦੇ ਵਿੱਚ। ਤਾਂ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਨੂੰ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਹਨ, ਜਦੋਂ ਇਸ ਕੰਮ ਵਿੱਚ ਲੋੜ ਤੋਂ ਵੱਧ ਵਿਅਕਤੀ ਸ਼ਾਮਿਲ ਹੋਣ। ਜਿਵੇਂ ਇੱਕ ਪਰਿਵਾਰ ਦੇ ਜੀਅ, ਜਿੱਥੇ ਇੱਕ ਖੇਤ ਵਿੱਚ 5 ਵਿਅਕਤੀਆਂ ਦੇ ਕੰਮ ਕਰਨ ਨਾਲ ਉਨੀ ਹੀ ਆਮਦਨ ਹੁੰਦੀ ਹੈ ਅਤੇ ਭਾਵੇਂ ਉਹਦੇ ਵਿੱਚ ਬਾਕੀ ਜਿਹੜੇ 8 ਵਿਅਕਤੀ ਲਗਾ ਲਓ ਅਤੇ ਤਾਂ ਵੀ ਆਮਦਨ ਉਨੀ ਰਹੇਗੀ, ਤਾਂ 3 ਵਿਅਕਤੀ ਜਿਹੜੇ ਵਾਧੂ ਛੁਪੇ ਹੋਏ ਬੇਰੁਜ਼ਗਾਰ ਮੰਨੇ ਜਾਣਗੇ। ਹੁਣ ਬੇਰੁਜ਼ਗਾਰੀ ਦਾ ਪ੍ਰਭਾਵ ਕੀ ਪੈਂਦਾ ਸਾਡੇ 'ਤੇ? ਬੇਰੁਜ਼ਗਾਰੀ ਬੇਟੇ ਲੋਕ ਜਿਹੜੀ ਹੈਗੀ ਆ, ਬੇਰੁਜ਼ਗਾਰ ਲੋਕ ਸਮਾਜ ਲਈ ਇੱਕ ਦੇਣਦਾਰੀ ਬਣ ਜਾਂਦੇ ਆ, ਇੱਕ ਬੋਝ ਬਣ ਜਾਂਦੇ ਨੇ, ਕਿਉਂਕਿ ਸਰਕਾਰ ਨੂੰ ਉਹਨਾਂ ਦੇ ਹਰ ਇੱਕ ਖਰਚੇ ਨੂੰ ਆਪ ਜਿਹੜਾ ਉਹਨੂੰ ਝੱਲਣਾ ਪੈਂਦਾ ਆ ਔਰ ਉਹ ਦੇਸ਼ ਦੇ ਵਿਕਾਸ ਵਾਸਤੇ ਕੋਈ ਵੀ ਕੰਮ ਨਹੀਂ ਕਰ ਪਾਉਂਦੇ। ਦੂਸਰੀ ਗੱਲ ਕਿ ਬੇਰੁਜ਼ਗਾਰਾਂ ਵਿੱਚ ਹੀਣ ਭਾਵਨਾ, ਜਿਸ ਵਿਅਕਤੀ ਨੂੰ ਰੁਜ਼ਗਾਰ ਨਹੀਂ ਮਿਲਦਾ ਉਹ ਆਪਣੇ ਪਰਿਵਾਰ ਦੀ ਆਰਥਿਕ ਮਦਦ ਨਹੀਂ ਕਰ ਸਕਦਾ, ਤਾਂ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਆ ਔਰ ਕਈ ਵਾਰ ਇਸ ਤਰ੍ਹਾਂ ਦੇ ਹਤਾਸ਼ ਵਿਅਕਤੀ ਜਿਹੜੇ ਆ ਉਹ ਗਲਤ ਕਦਮ ਵੀ ਚੁੱਕ ਲੈਂਦੇ ਨੇ। ਉਸ ਤੋਂ ਇਲਾਵਾ ਬੇਰੁਜ਼ਗਾਰੀ ਦੇ ਕਾਰਨ ਗਰੀਬੀ ਵਿੱਚ ਵਾਧਾ ਹੁੰਦਾ ਆ।
ਅਗਰ ਲੋਕ ਬੇਰੁਜ਼ਗਾਰ ਹੈ ਤਾਂ ਸੁਭਾਵਿਕ ਆ ਕਿ ਗਰੀਬੀ ਵੀ ਵੱਧ ਹੋਵੇਗੀ। ਇਸ ਤੋਂ ਇਲਾਵਾ ਦੇਸ਼ ਦੀ ਅਰਥ ਵਿਵਸਥਾ ਉਹ ਵੀ ਕਮਜ਼ੋਰ ਪੈ ਜਾਂਦੀ ਹੈ, ਕਿਉਂਕਿ ਪੜ੍ਹੇ ਲਿਖੇ ਨਾਗਰਿਕ ਦੇਸ਼ ਦੀ ਅਰਥ ਵਿਵਸਥਾ ਨੂੰ ਵਿਕਸਿਤ ਕਰਦੇ ਨੇ ਅਤੇ ਬੇਰੁਜ਼ਗਾਰ ਇਸ ਨੂੰ ਕਮਜ਼ੋਰ ਕਰਦੇ ਨੇ। ਸੋ ਬੇਟੇ ਇਸ ਤਰੀਕੇ ਨਾਲ ਇਹ ਪੂਰਾ ਸਾਡਾ ਚੈਪਟਰ ਖਤਮ ਹੁੰਦਾ ਆ, ਜਿਹਦੇ ਵਿੱਚ ਅਸੀਂ ਮਨੁੱਖੀ ਸੰਸਾਧਨ, ਉਹਨਾਂ ਦੀ ਇੰਪੋਰਟੈਂਸ ਕੀ ਹੈ ਔਰ ਉਹ ਕਿਸ ਕਿਸ ਖੇਤਰ ਵਿੱਚ ਕੰਮ ਕਰਦੇ ਨੇ, ਠੀਕ ਹੈ, ਔਰ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਬੇਰੁਜ਼ਗਾਰੀ, ਉਹਦੇ ਬਾਰੇ ਆਪਾਂ ਡਿਸਕਸ ਕੀਤਾ। ਇਹ ਤੋਂ ਇਲਾਵਾ ਅਗਰ ਛੋਟਾ ਜਿਹਾ ਟੌਪਿਕ ਇੱਕ ਹੋਰ ਇਹਦੇ ਨਾਲ ਆਪਾਂ ਡਿਸਕਸ ਕਰਨਾ ਚਾਹੀਏ ਤਾਂ ਉਹ ਹੈ ਔਰਤਾਂ ਦੇ ਜਿਹੜਾ ਔਰਤਾਂ ਦਾ ਦੇਣ, ਔਰਤਾਂ ਦੀ ਦੇਣ ਜਿਹੜੀ ਆ ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ ਦੇ ਵਿੱਚ। ਤੁਸੀਂ ਦੇਖਦੇ ਹੋਗੇ ਬੇਟੇ ਅੱਜ ਦਾ ਜਿਹੜਾ ਸਮਾਂ ਆ ਇਸ ਵਿੱਚ ਹਰ ਇੱਕ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਔਰਤਾਂ ਜਿਹੜੀਆਂ ਕੰਮ ਕਰਦੀਆਂ ਪਈਆਂ ਨੇ। ਪਹਿਲੇ ਪੁਰਾਣੇ ਸਮਿਆਂ ਵਿੱਚ ਇਹਨਾਂ ਦਾ ਕੰਮ ਜਿਹੜਾ ਉਹ ਵੰਡਿਆ ਹੁੰਦਾ ਸੀ, ਪੁਰਸ਼ਾਂ ਦਾ ਕੰਮ ਅਲੱਗ ਹੁੰਦਾ ਸੀ, ਔਰਤਾਂ ਦਾ ਕੰਮ ਅਲੱਗ ਹੁੰਦਾ ਸੀ, ਠੀਕ ਹੈ। ਪਰ ਅੱਜ ਜੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੁਰਸ਼ਾਂ ਦੀ ਤਰ੍ਹਾਂ ਔਰਤਾਂ ਵੀ ਕੁਸ਼ਲਤਾ ਅਤੇ ਸਮਰੱਥਾ ਨਾਲ ਹਰ ਇੱਕ ਕੰਮ ਦੇ ਵਿੱਚ ਜਿਹੜੇ ਆ ਉਹ ਹਿੱਸਾ ਪਾ ਰਹੀਆਂ ਨੇ, ਠੀਕ ਹੈ। ਵੱਖ-ਵੱਖ ਜਗ੍ਹਾ 'ਤੇ ਤੁਸੀਂ ਦੇਖੋ ਤਾਂ ਮਹਿਲਾਵਾਂ ਜਿਹੜੀਆਂ ਵਾ ਹਰ ਇੱਕ ਖੇਤਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਨੇ, ਠੀਕ ਹੈ। ਔਰ ਇਸ ਤਰੀਕੇ ਨਾਲ ਪੜ੍ਹੀਆਂ ਲਿਖੀਆਂ ਜਿਹੜੀਆਂ ਮਹਿਲਾਵਾਂ ਆ ਉਹ ਵੀ ਦੇਸ਼ ਦੇ ਆਰਥਿਕ ਵਿਕਾਸ ਵਿੱਚ ਤਰੱਕੀ ਦਾ ਕਾਰਨ ਬਣ ਰਹੀਆਂ ਨੇ। ਪਹਿਲੇ ਸਮਿਆਂ ਵਿੱਚ ਮਹਿਲਾਵਾਂ ਨੂੰ ਵੇਤਨ ਘੱਟ ਦਿੱਤਾ ਜਾਂਦਾ ਸੀ, ਪਰ ਹੁਣ ਜਿਹੜੇ ਬਰਾਬਰ ਵੇਤਨ ਜਿਹੜਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਤੋ ਇਸ ਤਰੀਕੇ ਨਾਲ ਇਹ ਸਾਰਾ ਚੈਪਟਰ ਅਗਰ ਤੁਸੀਂ ਖੋਲੋਗੇ, ਆਪਣਾ ਕਿਤਾਬ ਖੋਲੋਗੇ, ਇੱਕ ਇੱਕ ਟੌਪਿਕ ਨੂੰ ਡਿਸਕਸ ਕਰੋਗੇ ਤਾਂ ਤੁਸੀਂ ਆਸਾਨੀ ਨਾਲ ਇਸ ਟੌਪਿਕ ਨੂੰ ਸਮਝ ਸਕੋਗੇ। ਧੰਨਵਾਦ।